ਤੇ ਹੁਣ ਗੱਲ ਕਰਦੇ ਹਾਂ ਅੱਜ ਦੀ ਸਭ ਤੋਂ ਵੱਡੀ ਖਬਰ ਦੀ। ਆਰਪੀਜੀ ਅਟੈਕ ਮਾਮਲਾ। ਆਰਪੀਜੀ ਅਟੈਕ ਸਭ ਨੂੰ ਯਾਦ ਹੋਏਗਾ, ਮੋਹਾਲੀ ਦੇ ਵਿੱਚ ਇੰਟੈਲੀਜੈਂਸ ਦਫ਼ਤਰ ਤੇ, ਪੁਲਿਸ ਇੰਟੈਲੀਜੈਂਸ ਦੇ ਦਫ਼ਤਰ ਤੇ ਅਟੈਕ ਹੋਇਆ ਸੀ। ਆਰਪੀਜੀ ਅਟੈਕ ਇੱਕ ਰਾਕਟ ਲਾਂਚਰ ਦੇ ਨਾਲ ਅਟੈਕ ਕੀਤਾ ਗਿਆ ਸੀ। ਹੁਣ ਇਹ ਖਬਰਾਂ ਆ ਰਹੀਆਂ ਨੇ ਕਿ ਉਸ ਅਟੈਕ ਦੇ ਪਿੱਛੇ ਲਾਰੈਂਸ ਬਿਸ਼ਨੋਈ ਦਾ ਹੱਥ ਹੈ ਜਾਂ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਹੈ। ਪੁਲਿਸ ਸੋਰਸਿਸ ਤੋਂ ਇਹ ਖਬਰਾਂ ਨੇ ਕਿ ਅਟੈਕ ਦੇ ਪਿੱਛੇ ਲਾਰੈਂਸ ਦਾ ਹੱਥ ਹੈ। ਲਾਰੈਂਸ ਦੇ ਗੁਰਗੇ ਨੇ ਇਸ ਅਟੈਕ ਦੇ ਵਿੱਚ ਭੂਮਿਕਾ ਨਿਭਾਈ ਸੀ। ਆਰਪੀਜੀ ਅਟੈਕ ਦਾ ਮੁਲਜ਼ਮ ਜੋ ਵਿਅਕਤੀ ਹੈ ਉਹ ਲਾਰੈਂਸ ਦਾ ਗੁਰਗਾ ਹੈ। ਦਿੱਲੀ ਸਪੈਸ਼ਲ ਸੈੱਲ ਤੇ ਚੰਡੀਗੜ੍ਹ ਇੰਟੈਲੀਜੈਂਸ ਦੀ ਜਾਂਚ ਦੇ ਵਿੱਚ ਇਹ ਖੁਲਾਸਾ ਹੋਇਆ ਹੈ। ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰ ਤੇ ਇਹ ਅਟੈਕ ਹੋਇਆ ਸੀ। ਕਾਫੀ ਵੱਡੇ ਪੱਧਰ ਤੇ ਪੁਲਿਸ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਸੀ ਇਸ ਅਟੈਕ ਤੋਂ ਬਾਅਦ ਕਿ ਅਗਰ ਉਹਨਾਂ ਦਾ ਹੀ ਹੈੱਡਕੁਆਰਟਰ ਸੁਰੱਖਿਅਤ ਨਹੀਂ ਹੈ ਤਾਂ ਫਿਰ ਪੰਜਾਬ ਦੇ ਲੋਕ ਆਪਣੀ ਸੁਰੱਖਿਆ ਨੂੰ ਲੈ ਕੇ ਕਿਸ ਵੱਲ ਝਾਕਣਗੇ, ਕਿਸ ਵੱਲ ਦੇਖਣਗੇ। ਸੋ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਈ ਮੁਲਜ਼ਮ ਗ੍ਰਿਫਤਾਰ ਵੀ ਕੀਤੇ ਸੀ, ਪਰ ਹਲੇ ਵੀ ਜਿਹੜੇ ਮੁੱਖ ਮੁਲਜ਼ਮ ਨੇ ਉਹਨਾਂ ਤੱਕ ਪੁਲਿਸ ਨਹੀਂ ਪਹੁੰਚ ਪਾਈ ਹੈ। ਸੋ ਹੁਣ ਸੋਰਸਿਸ ਤੋਂ ਇਹ ਜਾਣਕਾਰੀ ਆ ਰਹੀ ਹੈ ਕਿ ਇਸ ਅਟੈਕ ਦੇ ਪਿੱਛੇ ਵੀ ਗੈਂਗਸਟਰਾਂ ਦਾ ਹੱਥ ਹੈ ਔਰ ਲਾਰੈਂਸ ਬਿਸ਼ਨੋਈ ਦਾ ਜ਼ਿਕਰ ਆ ਰਿਹਾ ਇਸ ਮਾਮਲੇ ਦੇ ਵਿੱਚ, ਕਿਉਂਕਿ ਜਿਸ ਮੁਲਜ਼ਮ ਦਾ ਪੁਲਿਸ ਜ਼ਿਕਰ ਕਰ ਰਹੀ ਹੈ ਸੋਰਸਿਸ ਤੋਂ, ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਹੈ। ਸੋ ਇਸ ਵੇਲੇ ਦੀ ਇਹ ਵੱਡੀ ਅਪਡੇਟ ਹੈ, ਬਹੁਤ ਵੱਡੀ ਅਪਡੇਟ ਇਸ ਨੂੰ ਆਪਾਂ ਕਹਿ ਸਕਦੇ ਹਾਂ। ਮਨੋਜ ਰਾਠੀ ਮੇਰੇ ਸਹਿਯੋਗੀ ਜੁੜ ਗਏ ਨੇ ਇਸ ਮਾਮਲੇ ਤੇ ਹੋਰ ਜਾਣਕਾਰੀ ਦੇ ਲਈ। ਪੁਲਿਸ ਹੈੱਡਕੁਆਰਟਰ ਤੋਂ ਇੰਟੈਲੀਜੈਂਸ ਦਾ ਉਹੀ ਹੈੱਡਕੁਆਰਟਰ ਜਿਸ ਤੇ ਅਟੈਕ ਹੋਇਆ ਸੀ। ਮਨੋਜ, ਉਸੇ ਜਗ੍ਹਾ ਤੁਸੀਂ ਮੌਜੂਦ ਹੋ। ਇਸੇ ਜਗ੍ਹਾ ਤੇ ਆਪਾਂ ਕੁਝ ਸਮਾਂ ਪਹਿਲਾਂ ਖੜ ਕੇ ਚਰਚਾ ਕਰਦੇ ਰਹੇ ਹਾਂ ਜਿਸ ਦਿਨ ਇਹ ਅਟੈਕ ਹੋਇਆ ਸੀ ਔਰ ਬਹੁਤ ਸਾਰੇ ਸਵਾਲਾਂ ਦਾ ਪੁਲਿਸ ਨੂੰ ਸਾਹਮਣਾ ਕਰਨਾ ਪਿਆ ਸੀ। ਕਈ ਮੁਲਜ਼ਮ ਗ੍ਰਿਫਤਾਰ ਵੀ ਹੋਏ ਨੇ, ਪਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਲੀਡ ਕਹੀ ਜਾ ਸਕਦੀ ਹੈ ਕਿ ਗੈਂਗਸਟਰਾਂ ਦਾ ਇਸ ਅਟੈਕ ਦੇ ਪਿੱਛੇ ਹੱਥ ਹੈ ਔਰ ਉਹਦੇ ਤਾਰ ਸਿੱਧੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜ ਰਹੇ ਨੇ। ਬਿਲਕੁਲ ਵਿਜੇ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ, ਇਹ ਉਹੀ ਥਾਂ ਹੈਗੀ ਜਿੱਥੇ ਅਸੀਂ ਥੋੜੇ ਦਿਨ ਪਹਿਲਾਂ ਜਿਹੜਾ ਸਟੇਟ ਇੰਟੈਲੀਜੈਂਸ ਹੈੱਡਕੁਆਰਟਰ ਹੈ ਜਿੱਥੇ ਅਸੀਂ ਖੜ ਕੇ ਲਾਈਵ ਦਿੱਤਾ ਸੀ, ਕਵਰੇਜ ਕੀਤਾ ਸੀਗਾ, ਇੱਥੇ ਹੀ ਲਾਂਚਰ ਅਟੈਕ ਹੋਇਆ ਸੀਗਾ। ਇਹ ਉਹੀ ਥਾਂ ਹੈ ਸੋਹਾਣਾ ਦਾ ਸਟੇਟ ਇੰਟੈਲੀਜੈਂਸ ਹੈੱਡਕੁਆਰਟਰ। ਹਾਲਾਂਕਿ ਹੁਣ ਇੱਥੇ ਇੰਨੀ ਸਿਕਿਉਰਿਟੀ ਟਾਈਟ ਕਰ ਦਿੱਤੀ ਹੈ ਕਿ ਇਸ ਤੋਂ ਅੱਗੇ ਜਾਣ ਦੀ ਪਰਮਿਸ਼ਨ ਹੁਣ ਨਹੀਂ ਹੈ, ਯਾਨੀ ਕਿ ਕੈਮਰਾ ਤੁਸੀਂ ਫੋਟੋ ਨਹੀਂ ਖਿੱਚ ਸਕਦੇ, ਤੁਸੀਂ ਕੈਮਰਾ ਜਿਹੜਾ ਹੈ ਉਹ ਨਹੀਂ ਲਾ ਸਕਦੇ। ਲੇਕਿਨ ਹੁਣ ਵੱਡੀ ਲੀਡ ਜਿਹੜੀ ਹੈ ਕਹਿ ਸਕਦੇ ਪੁਲਿਸ ਸੋਰਸਿਸ ਤੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਵੱਡੀ ਲੀਡ ਪੁਲਿਸ ਨੂੰ ਮਿਲੀ ਹੈ ਜਿਹਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਗੁਰਗਾ ਜਿਹੜਾ ਹੈਗਾ ਦੀਪਕ, ਹਰਿਆਣਾ ਦੇ ਝੱਜਰ ਦੇ ਸੂਰਖਪੁਰ ਦਾ ਰਹਿਣ ਵਾਲਾ ਦੀਪਕ, ਇਹਦੇ ਵੀ ਸ਼ਾਮਿਲ ਹੈ। ਇਹਦੀ ਫੋਟੋ ਵੀ ਸਾਹਮਣੇ ਆਈ ਹੈ ਕਿ ਵਾਰਦਾਤ ਤੋਂ ਥੋੜੀ ਦੇਰ ਪਹਿਲਾਂ ਇਹ ਜਿਹੜੀ ਫੋਟੋ ਸਾਹਮਣੇ ਆਈ ਹੈ। ਇੱਕ ਹੋਰ ਉਹਦੇ ਨਾਲ ਹੈਗਾ ਯੂਪੀ ਦੇ ਫੈਜ਼ਾਬਾਦ ਦਾ ਜਿਹੜਾ ਇੱਕ ਹੋਰ ਜਿਹੜਾ ਦਿਖ ਰਿਹਾ ਉਹਦੇ ਵਿੱਚ ਬਦਮਾਸ਼। ਦੱਸਿਆ ਜਾ ਰਿਹਾ ਕਿ ਦੋਵੇਂ ਥੋੜੀ ਦੇਰ ਪਹਿਲਾਂ ਹੀ ਦੇਖੇ ਗਏ, ਉਸ ਤੋਂ ਬਾਅਦ ਇਹ ਸਿੱਧਾ ਅਟੈਕ ਕਰਨ ਤੋਂ ਬਾਅਦ ਉੱਥੋਂ ਭੱਜ ਗਏ। ਯਾਨੀ ਕਿ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਵਿਜੇ, ਇਹਦੇ ਵਿੱਚ ਪਹਿਲਾਂ ਰਿੰਦਾ ਦਾ ਨਾਂ ਆ ਰਿਹਾ ਸੀਗਾ, ਰਿੰਦਾ ਤੇ ਲਾਂਡਾ ਨੇ ਮਿਲ ਕੇ ਇਹ ਸਾਰਾ ਅਟੈਕ ਕਰਾਇਆ। ਇਹ ਪੁਲਿਸ ਨੇ ਵੀ ਮੰਨਿਆ, ਇਹ ਪੁਲਿਸ ਨੇ ਵੀ ਇਹਦੀ ਜਿਹੜੀ ਹੈਗੀ ਪੁਸ਼ਟੀ ਕੀਤੀ ਸੀ ਕਿ ਲਾਂਡਾ ਤੇ ਰਿੰਦਾ ਨੇ ਪਾਕਿਸਤਾਨ 'ਚ ਬਹਿ ਕੇ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿਲਵਾਇਆ। ਯਾਨੀ ਕਿ ਲਾਰੈਂਸ ਬਿਸ਼ਨੋਈ ਵੀ ਇਹਦੇ ਵਿੱਚ ਸ਼ਾਮਿਲ ਹੈ। ਲਾਰੈਂਸ ਬਿਸ਼ਨੋਈ ਦਾ ਗੁਰਗਾ ਜਿਹੜਾ ਦੀਪਕ ਹੈ ਇਹਦੇ ਵਿੱਚ ਦੇਖਿਆ ਗਿਆ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਜਿਹੜੀ ਇੰਟੈਲੀਜੈਂਸ ਹੈਗੀ ਆਈਬੀ ਹੈ ਜਿਹੜੀ ਉਹ ਲਗਾਤਾਰ ਕੰਮ ਕਰ ਰਹੀ ਹੈ। ਸਪੈਸ਼ਲ ਸੈੱਲ ਵੱਲੋਂ ਵੀ ਜਿਹੜੀ ਜਾਣਕਾਰੀ ਮਿਲ ਰਹੀ ਹੈ, ਦਿੱਲੀ ਦੀ ਚੰਡੀਗੜ੍ਹ ਦੀ ਇੰਟੈਲੀਜੈਂਸ ਬਿਊਰੋ ਵੱਲੋਂ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਦੇ ਗੁਰਗੇ ਦਾ ਵੀ ਇਹਦੇ ਵਿੱਚ ਕੰਮ ਹੈ। ਇਹਦਾ ਮਤਲਬ ਜਿਹੜੇ ਵੀ ਰਿੰਦਾ ਦਾ ਜਿਹੜੇ ਮਨਸੂਬੇ ਹੈ, ਰਿੰਦਾ ਦੇ ਜਿਹੜੇ ਮਨਸੂਬੇ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਕਾਮਯਾਬ ਹੋਣ ਦੀ ਕੋਸ਼ਿਸ਼ ਕਰ ਰਹੇ ਕਿ ਪੰਜਾਬ ਦਾ ਮਾਹੌਲ ਕਿਸ ਤਰ੍ਹਾਂ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਗੈਂਗਸਟਰਾਂ ਨਾਲ ਮਿਲ ਕੇ ਹਥਿਆਰਾਂ ਦੀ ਸਪਲਾਈ, ਗੈਂਗਸਟਰਾਂ ਨਾਲ ਮਿਲ ਕੇ ਹੋਰ ਜਿਹੜੇ ਹੈਗੇ ਇਸ ਤਰ੍ਹਾਂ ਦੇ ਅਟੈਕ ਕਰਾਣਾ, ਦੇ ਗੋਲੀਬਾਰੀ ਕਰਨਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਯਾਨੀ ਕਿ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਪਹਿਲਾਂ ਹੀ ਪੁਲਿਸ ਨੂੰ ਸ਼ੱਕ ਸੀਗਾ ਕਿ ਰਿੰਦਾ ਦੇ ਨਾਲ ਕਿਸੇ ਨਾ ਕਿਸੇ ਗੈਂਗਸਟਰ ਦਾ ਹੱਥ ਹੋ ਸਕਦਾ ਹੈ। ਹੁਣ ਦੀਪਕ ਦੀ ਥੋੜੀ ਜਿਹੀ ਹਿਸਟਰੀ ਤੁਹਾਨੂੰ ਦੱਸ ਦਈਏ ਕਿ ਦੀਪਕ ਇਹ ਉਹੀ ਦੀਪਕ ਹੈ ਝੱਜਰ ਦਾ ਜਿਹੜਾ 2-2.5 ਸਾਲ ਪਹਿਲਾਂ ਚੰਡੀਗੜ੍ਹ 'ਚ ਸੋਨੂ ਸ਼ਾਹ ਦਾ ਮਰਡਰ ਹੋਇਆ ਸੀਗਾ। ਤੁਹਾਨੂੰ ਯਾਦ ਹੋਣਾ, ਅਸੀਂ ਕਵਰੇਜ ਕੀਤੀ ਸੀ। ਸੈਕਟਰ 45 ਬੜੈਲ 'ਚ ਮਰਡਰ ਹੋਇਆ ਸੀਗਾ। ਉਹਦੇ ਵਿੱਚ ਵੀ ਲਾਰੈਂਸ ਬਿਸ਼ਨੋਈ ਦਾ ਗੁਰਗਾ ਰਾਜੂ ਬਸੌਦੀ ਉਹਦੇ ਵਿੱਚ ਇਹਦਾ ਨਾਂ ਸਾਹਮਣੇ ਆਇਆ ਸੀ, ਉਹਨੂੰ ਅਰੈਸਟ ਵੀ ਕੀਤਾ ਸੀ। ਉਹਦੇ ਵਿੱਚ ਵੀ ਦੀਪਕ ਸ਼ਾਮਿਲ ਸੀ। ਇਹ ਜਿਹੜਾ ਹੁਣ ਨਾਂ ਆ ਰਿਹਾ ਸਾਹਮਣੇ ਉਹ ਵੀ ਉਸ ਟਾਈਮ ਵੀ ਸ਼ਾਮਿਲ ਸੀਗਾ, ਉਸ ਟਾਈਮ ਦਾ ਵੀ ਵਾਂਟਡ ਹੈਗਾ ਚੰਡੀਗੜ੍ਹ ਪੁਲਿਸ ਦਾ। ਇਸ ਤੋਂ ਇਲਾਵਾ ਇਹ ਮਿਲਿਆ ਸੀਗਾ ਲਾਰੈਂਸ ਨੂੰ ਜੇਲ੍ਹ 'ਚ ਦੀ ਮੁਲਾਕਾਤ ਲਾਰੈਂਸ ਨਾਲ ਹੋਈ। ਉਸ ਤੋਂ ਬਾਅਦ ਇਹਦੇ ਨਾਲ ਲਗਾਤਾਰ ਕੰਮ ਕਰਦਾ ਰਿਹਾ। ਹੁਣ ਪੁਲਿਸ ਤੋਂ ਇਨਵੈਸਟੀਗੇਸ਼ਨ ਸਾਹਮਣੇ ਆ ਰਹੀ ਹੈ ਕਿ ਆਖਿਰ ਰਿੰਦਾ
ਤੇ ਲਾਰੈਂਸ ਦਾ ਕਨੈਕਸ਼ਨ ਕੀ ਹੈ। ਤਾਂ ਹੁਣ ਜਿਹੜੀ ਜਾਣਕਾਰੀ ਸਾਨੂੰ ਮਿਲੀ ਹੈ ਕਿ 2016-17 ਚ ਇਹ ਰਿੰਦਾ ਤੇ ਲਾਰੈਂਸ ਪੰਜਾਬ ਦੀ ਇੱਕ ਜੇਲ੍ਹ 'ਚ ਮਿਲੇ ਸੀਗੇ। ਉਸ ਤੋਂ ਬਾਅਦ ਇਹਨਾਂ ਦੀ ਬੇहद ਕਰੀਬੀ ਦੋਸਤੀ ਵੀ ਹੋਈ ਲਗਾਤਾਰ। ਫਿਰ ਉਸ ਤੋਂ ਬਾਅਦ ਰਣਨੀਤੀ ਤਿਆਰ ਕੀਤੀ ਗਈ। ਉਸ ਤੋਂ ਬਾਅਦ ਰਿੰਦਾ, ਜੇ ਤੁਹਾਨੂੰ ਯਾਦ ਹੋਵੇ ਕਿ ਰਿੰਦਾ ਹੁਣ ਫਿਰ ਬਾਹਰ ਤੋਂ ਬਾਹਰ ਪਾਕਿਸਤਾਨ ਭੱਜ ਗਿਆ ਸੀਗਾ ਜਦ ਇਹ ਆਇਆ ਸੀਗਾ। ਤੇ ਉਸ ਤੋਂ ਬਾਅਦ ਸਾਰੀ ਰਣਨੀਤੀ ਕਿਸ ਤਰ੍ਹਾਂ ਦੀ ਇਹਨਾਂ ਦੀ ਆਪਸ ਦੀ ਮੋਡਸ ਆਪਰੈਂਡੀ ਹੁੰਦੀ ਸੀ ਕਿ ਰਿੰਦਾ ਪਾਕਿਸਤਾਨ 'ਚ ਬਹਿ ਕੇ ਹਥਿਆਰਾਂ ਦੀ ਸਪਲਾਈ ਕਰ ਰਿਹਾ ਜਾਂ ਫਿਰ ਕਿਸ ਤਰ੍ਹਾਂ ਦੀ ਚੀਜ਼ਾਂ ਨੂੰ ਪ੍ਰੋਵਾਈਡ ਕਰ ਰਿਹਾ, ਤੇ ਲਾਰੈਂਸ ਇੱਥੇ ਬਹਿ ਕੇ ਜੇਲ੍ਹਾਂ 'ਚ ਬਹਿ ਕੇ ਪੂਰੇ ਆਪਣੇ ਗੁਰਗਿਆਂ ਨੂੰ ਐਕਟਿਵ ਕਰਦਾ ਸੀ ਤੇ ਉਹਨਾਂ ਨੂੰ ਇਹ ਕੰਮ ਕਰਾਉਂਦਾ ਸੀਗਾ। ਆਰਪੀਜੀ ਅਟੈਕ ਬਹੁਤ ਵੱਡੀ ਕਹਿ ਸਕਦੇ ਕਿ ਐਕਸਕਲੂਸਿਵ ਜਾਣਕਾਰੀ ਸਾਡੇ ਕੋਲ ਹੈਗੀ, ਉਹਨਾਂ ਦੀ ਤਸਵੀਰਾਂ ਵੀ ਸਾਡੇ ਕੋਲ ਹੈਗੀ ਕਿ ਇਸੀ ਇੰਟੈਲੀਜੈਂਟ ਦਫ਼ਤਰ ਦੇ ਬਾਹਰ ਜਦ ਅਟੈਕ ਹੋਇਆ ਸੀ। ਹਾਲਾਂਕਿ ਵਿਜੇ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀਗਾ, ਲੇਕਿਨ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ, ਬਹੁਤ ਵੱਡਾ, ਇੱਕ ਬਹੁਤ ਵੱਡੀ ਸਾਜ਼ਿਸ਼ ਹੈ। ਇਹਦੇ ਵਿੱਚ ਕਈ ਜਿਹੜੇ ਹੈਗੇ ਲੌਜਿਸਟਿਕ ਜਿਨ੍ਹਾਂ ਨੇ ਪ੍ਰੋਵਾਈਡ ਕੀਤੀ, ਚਾਹੇ ਉਹ ਨਿਸ਼ਾਨ ਸਿੰਘ ਹੋਵੇ, ਇਹਦੇ ਵਿੱਚ ਹੋਰ ਅੰਮ੍ਰਿਤਸਰੀਆ ਇੱਕ ਨਾਂ ਸਾਹਮਣੇ ਆਇਆ ਸੀਗਾ, ਬਲਜੀਤ ਕੌਰ ਦਾ ਨਾਂ ਸਾਹਮਣੇ ਆਇਆ ਸੀਗਾ, ਇਹਦੇ ਵਿੱਚ ਕਈ ਨਾਂ ਸਾਹਮਣੇ ਆਏ ਸੀਗੇ ਜਿਨ੍ਹਾਂ ਨੇ ਕਈ ਚੀਜ਼ਾਂ ਮੁਹੱਈਆ ਕਰਾਈ ਸੀ। ਨਿਸ਼ਾਨ ਸਿੰਘ ਨੇ ਹਥਿਆਰ ਸਪਲਾਈ ਕਰਾਏ ਸੀ, ਲੇਕਿਨ ਜਿਹੜੇ ਹਮਲਾਵਰ ਸੀਗੇ ਮੇਨ ਅੱਛਾ ਮਨੋਜ, ਇਸ ਦੇ ਵਿੱਚ ਇੱਕ ਚੀਜ਼ ਹੋਰ ਸਮਝਣੀ ਚਾਹਾਂਗੇ। ਜਿਸ ਤਰੀਕੇ ਨਾਲ ਇਹ ਖੁਲਾਸੇ ਹੋ ਰਹੇ ਨੇ, ਇਸ ਵੇਲੇ ਜ਼ਿਕਰ ਆ ਗਿਆ ਹੈ ਗੈਂਗਸਟਰ ਦਾ। ਆਪਾਂ ਜਿਸ ਦਿਨ ਇਹ ਅਟੈਕ ਹੋਇਆ ਸੀ ਉਸ ਦਿਨ ਵੀ ਜ਼ਿਕਰ ਕਰ ਰਹੇ ਸੀ, ਔਰ ਸਵਾਲ ਇਹ ਉਸ ਦਿਨ ਵੀ ਖੜੇ ਸੀ, ਰਿੰਦੇ ਦਾ ਜ਼ਿਕਰ ਆਇਆ। ਖੁਦ ਪੁਲਿਸ ਨੇ ਕਿਹਾ ਕਿ ਇਹ ਇੱਕ ਟੈਰਰਿਸਟ ਅਟੈਕ ਹੈ। ਪੁਲਿਸ ਨੇ ਕਿਹਾ ਕਿ ਇਸ ਦੇ ਵਿੱਚ ਟੈਰਰਿਸਟ ਐਂਗਲ ਹੈਗਾ ਇਸ ਅਟੈਕ ਦੇ ਵਿੱਚ। ਅੱਜ ਇਸ ਦੇ ਵਿੱਚ ਗੈਂਗਸਟਰ ਐਂਗਲ ਨਿਕਲ ਕੇ ਆ ਰਿਹਾ ਹੈ, ਯਾਨੀ ਇਹ ਚੀਜ਼ ਇੱਕ ਤਰੀਕੇ ਨਾਲ ਪੁਖਤਾ ਹੋ ਚੁੱਕੀ ਹੈ ਜਾਂ ਇਹਨਾਂ ਚੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਗੈਂਗਸਟਰਿਜ਼ਮ ਤੇ ਟੈਰਰਿਜ਼ਮ ਉਹ ਇੱਕੋ ਹੀ ਹੋ ਚੁੱਕੇ ਨੇ। ਜਿਹੜੀ ਵਿਚਾਰੇ ਲਾਈਨ ਸੀਗੀ ਇਹਨਾਂ ਦੇ ਉਹ ਖਤਮ ਹੋ ਚੁੱਕੀ ਹੈ। ਬਿਲਕੁਲ ਵਿਜੇ, ਲਗਾਤਾਰ ਤੁਸੀਂ ਵੀ ਕਵਰੇਜ ਕਰਦੇ ਰਹੇ ਹੋ ਕਿਉਂਕਿ ਹੁਣ ਹਾਲਾਤ ਬਿਲਕੁਲ ਡਿਫਰੈਂਟ ਹੈ। ਕਿਉਂਕਿ ਉਸ ਦਿਨ ਵੀ ਜਦ ਡੀਜੀਪੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤਾਂ ਇਹ ਗੱਲ ਕਹੀ ਸੀ ਕਿ ਟੈਰਰਿਸਟ ਅਟੈਕ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਇਹਦੇ 'ਚ ਨਹੀਂ ਹੈ, ਟੈਰਰਿਸਟ ਅਟੈਕ ਇਹ ਹੈਗਾ। ਲੇਕਿਨ ਹੁਣ ਜਦ ਇਹ ਸਾਰੀ ਚੀਜ਼ਾਂ ਖੁੱਲਦੀ ਨਜ਼ਰ ਆ ਰਹੀਆਂ, ਕਈ ਚੀਜ਼ਾਂ ਸਾਹਮਣੇ ਆ ਰਹੀਆਂ, ਕਈ ਭੇਦ ਜਿਹੜੇ ਹੈਗੇ, ਕਈ ਰਾਜ਼ ਇਸ ਤਰ੍ਹਾਂ ਦੇ ਖੁੱਲਦੇ ਨਜ਼ਰ ਆ ਰਹੇ ਨੇ। ਇੰਟੈਲੀਜੈਂਸ ਤੋਂ ਖਬਰਾਂ ਆ ਰਹੀਆਂ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗਾ ਵੀ ਇਹਦੇ ਵਿੱਚ ਸ਼ਾਮਿਲ ਹੈ। ਇਸਦਾ ਮਤਲਬ ਕੀ ਹੈ ਕਿ ਇਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਰਿੰਦਾ ਗੈਂਗਸਟਰਾਂ ਨਾਲ ਮਿਲ ਕੇ ਇਸ ਤਰ੍ਹਾਂ ਦੀ ਕੰਮ ਕਰਾ ਰਿਹਾ, ਇਸ ਤਰ੍ਹਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਕਿਸ ਤਰ੍ਹਾਂ ਹਥਿਆਰਾਂ ਦੀ ਸਪਲਾਈ ਹੋ ਰਹੀ ਹੈ ਬਾਰਡਰ ਏਰੀਆ ਤੋਂ, ਕਿਸ ਤਰ੍ਹਾਂ ਐਨਡੀਪੀਐਸ ਡਰੱਗਸ ਦੀ ਸਪਲਾਈ ਹੋ ਰਹੀ ਹੈ। ਕਿਉਂਕਿ ਕਰਨਾਲ 'ਚ ਵੀ ਅਸੀਂ ਦੇਖਿਆ ਸੀਗਾ ਕਿ ਜਿਹੜੇ ਰਿੰਦੇ ਦੇ ਜਿਹੜੇ ਗੁਰਗੇ ਫੜੇ ਗਏ ਸੀ, ਕਰਨਾਲ ਪੁਲਿਸ ਨੇ ਜਦ ਫੜੇ ਸੀਗੇ ਉਸ ਟਾਈਮ ਵੀ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਗਏ। ਸਾਨੂੰ ਇਹ ਜਿਹੜੀ ਹੈਗੀ ਕੰਸਾਈਨਮੈਂਟ ਦਿੱਤੀ ਹੈ ਰਿੰਦੇ ਦੇ ਕਹਿਣ ਤੇ, ਅਸੀਂ ਦੂਜੀ ਜਗ੍ਹਾ ਜਿਹੜੀ ਹੈਗੇ ਦੂਜੇ ਸਟੇਟ 'ਚ ਕੰਸਾਈਨਮੈਂਟ ਦਿੱਤੀ। ਬਹੁਤ ਚੀਜ਼ਾਂ ਨੇ, ਬਹੁਤ ਚੀਜ਼ਾਂ ਤੇ ਕੰਮ ਕਰ ਰਹੀ ਹੈ ਇੰਟੈਲੀਜੈਂਸ, ਲੇਕਿਨ ਮਾਹੌਲ ਖਰਾਬ ਕਰਨ ਦਾ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਿੰਦਾ ਹੁਣ ਗੈਂਗਸਟਰਾਂ ਨਾਲ ਮਿਲ ਕੇ, ਗੈਂਗਸਟਰਾਂ ਦੇ ਨਾਲ ਮਿਲ ਕੇ ਰਿੰਦਾ ਹੁਣ ਸਾਰੀ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਉਹ ਮਾਹੌਲ ਖਰਾਬ ਕਰਨ ਦੀ ਪੰਜਾਬ ਦੇ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਜਨਮ ਦੇ ਰਿਹਾ। ਠੀਕ ਹੈ, ਧੰਨਵਾਦ ਮਨੋਜ ਇਸ ਜਾਣਕਾਰੀ ਦੇ ਲਈ। ਤਾਂ ਗੈਂਗਸਟਰਿਜ਼ਮ ਤੇ ਟੈਰਰਿਜ਼ਮ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਸੀ, ਆਪਸ ਦੇ ਵਿੱਚ ਰਲਗੱਡ ਹੋ ਰਿਹਾ ਔਰ ਇਹੀ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਇਹਨਾਂ ਦਾ ਨਜ਼ਰ ਆ ਰਿਹਾ। ਕਿਉਂਕਿ ਖੁਦ ਪੁਲਿਸ ਨੇ ਕਿਹਾ ਸੀ ਕਿ ਇੱਕ ਟੈਰਰਿਸਟ ਅਟੈਕ ਹੈ, ਤੇ ਜੇ ਇਸ ਦੇ ਵਿੱਚ ਗੈਂਗਸਟਰ ਐਂਗਲ ਵੀ ਹੁਣ ਸਾਹਮਣੇ ਆ ਜਾਂਦਾ ਤਾਂ ਫਿਰ ਇਸ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਗੱਲ ਕਿਹੜੇ ਪਾਸੇ ਜਾ ਰਹੀ ਹੈ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਣਾ, ਜਲਦ ਵਾਪਸ ਆਉਣੇ।